हाँ जी बेटा, गुड मॉर्निंग स्टूडेंट्स टू ऑल ऑफ यू। 11th क्लास बायोलॉजी। लास्ट टाइम ਅਸੀਂ ਚੈਪਟਰ ਸਟਾਰਟ ਕੀਤਾ ਸੀਗਾ ਸੈੱਲ ਸਾਈਕਲ ਐਂਡ ਸੈੱਲ ਡਿਵੀਜ਼ਨ, ਔਰ ਉਹਦੇ ਵਿੱਚ ਆਪਣੇ ਲਾਸਟ ਟੌਪਿਕ ਰਹਿੰਦਾ ਸੀਗਾ ਆਪਣਾ ਉਹ ਸੀਗਾ ਮਿਓਸਿਸ। ਠੀਕ ਹੈ, ਮਿਓਸਿਸ ਅਸੀਂ 1 ਐਂਡ ਮਿਓਸਿਸ 2 ਇਹ ਦੋਨੇ ਚੀਜ਼ਾਂ ਪੜ੍ਹਨੀਆਂ ਹੈ। ਜਿਹੜੀ ਮਿਓਸਿਸ 1 ਹੁੰਦੀ ਹੈ ਬੇਟਾ ਉਹ ਰਿਡਕਸ਼ਨਲ ਡਿਵੀਜ਼ਨ ਹੁੰਦੀ ਹੈ। ਉਹ ਕੀ ਹੁੰਦੀ ਹੈ? ਰਿਡਕਸ਼ਨਲ। ਉਹਦੇ ਵਿੱਚ ਜਿਹੜੇ ਕ੍ਰੋਮੋਸੋਮ ਨੰਬਰ ਉਹ ਰਿਡਕਸ਼ਨ ਮਤਲਬ ਘੱਟਦੇ ਆ। ਔਰ ਜਿਹੜੀ ਮਿਓਸਿਸ 2 ਹੁੰਦੀ ਆ ਇਕੁਏਸ਼ਨਲ ਡਿਵੀਜ਼ਨ, ਉਹ 'ਚ ਕ੍ਰੋਮੋਸੋਮ ਨੰਬਰ ਸੇਮ ਰਹਿੰਦੇ ਹੁੰਦੇ ਆ ਜੋ ਡਿਵੀਜ਼ਨ ਹੁੰਦੀ ਆ। ਅੰਡਰਸਟੂਡ ਆ? ਸੋ ਮਿਓਸਿਸ ਨੂੰ ਫਸਟ ਰਿਪੋਰਟ ਕਿਹਦੇ ਵਿੱਚ ਹੋਈ ਸੀ? ਐਗ ਸੈੱਲ ਆਫ ਸੀ ਅਰਚਿਨ ਦੇ ਵਿੱਚ, ਐਨੀਮਲ ਦੇ ਵਿੱਚ। ਡਿਸਕਵਰ ਕਿਹਨੇ ਕੀਤਾ? ਇਹ ਵੈਨ ਡੇ ਨੇ। ਅਤੇ ਇਹ ਟਰਮ ਜਿਹੜਾ ਵਰਡ ਹੈ ਦਿੱਤਾ ਕਿਹਨੇ ਸੀਗਾ? ਫਾਰਮਰ ਐਂਡ ਮੋਰੇ ਨੇ। ਠੀਕ ਹੈ, ਸੋ ਜਿਨ੍ਹਾਂ ਦੇ ਵਿੱਚ ਮਿਓਸਿਸ ਹੁੰਦੀ ਆ ਜਿਹੜੇ ਸੈੱਲਸ ਦੇ ਵਿੱਚ, ਠੀਕ ਹੈ, ਉਹਨੂੰ ਤੁਸੀਂ ਕੀ ਬੋਲਦੇ ਆ? ਉਹਨੂੰ ਮਿਓਸਾਈਟ ਸੈੱਲਸ ਬੋਲਦੇ ਆ, ਮਿਓਸਾਈਟ ਬੋਲਦੇ ਆ। ਠੀਕ ਹੈ, ਹੁਣ ਮਿਓਸਿਸ ਜਿਹੜੀ ਆ ਅਲੱਗ ਅਲੱਗ ਟਾਈਪਸ ਦੀ ਹੁੰਦੀ ਆ। ਜਿਹੜੀ ਇੱਕ ਗੈਮੈਟਿਕ ਮਿਓਸਿਸ ਹੁੰਦੀ ਆ, ਇੱਕ ਜ਼ਾਇਗੋਟਿਕ ਹੁੰਦੀ ਆ, ਇੱਕ ਸਪੋਰਿਕ। ਗੈਮੈਟਿਕਸ ਜਿਹਨਾਂ ਦੇ ਵਿੱਚ ਗੈਮੇਟਸ ਦੀ ਫਾਰਮੇਸ਼ਨ ਹੁੰਦੀ ਆ। ਠੀਕ ਹੈ, ਜ਼ਾਇਗੋਟਿਕ ਮਿਓਸਿਸ ਜਿਹੜੀ ਜ਼ਾਇਗੋਟ ਅਤੇ ਜਦੋਂ ਦੋ ਸੈੱਲਸ ਦੀ ਆਪਸ 'ਚ ਫਿਊਜ਼ਨ ਹੁੰਦੀ ਹੈ ਨਾ, ਸਪਾਮ ਐਗਜ਼ਾਮਪਲ ਸਪਾਮ ਅਤੇ ਓਵਮ ਜਦੋਂ ਆਪਸ 'ਚ ਫਿਊਜ਼ ਕਰਦੇ ਆ। ਠੀਕ ਹੈ, ਆਪਸ 'ਚ ਫਿਊਜ਼ ਕਰਦੇ ਆ ਅਤੇ ਦੈਨ ਇਹ ਕੀ ਕਰਦੇ ਆ ਆਪਸ 'ਚ ਫਸਟ ਜਿਹੜੀ ਆ ਉਹ ਉਸ ਪ੍ਰੋਸੈਸ ਨੂੰ ਫਰਟੀਲਾਈਜੇਸ਼ਨ ਬੋਲਦੇ ਅਸੀਂ। ਅਤੇ ਜੋ ਫਸਟ ਸੈੱਲ ਬੋਡੀ ਦਾ ਹੁੰਦਾ ਜ਼ਾਇਗੋਟ ਬਣਦਾ ਆ, ਉਹਦੇ ਵਿੱਚ ਓਨਲੀ ਲੋਅਰ ਆਰਗੈਨਿਜ਼ਮਸ ਦੇ ਵਿੱਚ ਜ਼ਾਇਗੋਟਿਕ ਮਿਓਸਿਸ ਹੁੰਦੀ ਆ। ਸੋ ਸਪੋਰਿਕ ਮਿਓਸਿਸ ਜਿਹੜੀ ਹੁੰਦੀ ਆ ਪਲਾਂਟਸ ਦੇ ਵਿੱਚ ਹੁੰਦੀ ਆ, ਜਿਹਦੇ ਵਿੱਚ ਹੈਪਲੈਟ ਸਪੋਰਟਸ ਵਗੈਰਾ ਬਣਦੇ ਆ। ਠੀਕ ਹੈ, ਨੈਕਸਟ ਆ ਜਾਂਦਾ ਮਿਓਸਿਸ। ਦੋ ਤਰ੍ਹਾਂ ਦੀ ਹੁੰਦੀ ਆ, ਮਿਓਸਿਸ 1 ਐਂਡ ਦਾ ਮਿਓਸਿਸ 2। ਓਕੇ, 1 ਜਿਹੜੀ ਆ ਉਹਦੇ ਵਿੱਚ ਮਿਓਸਿਸ 1 ਦੇ ਵਿੱਚ ਦੋ ਸਟੇਜ ਹੁੰਦੀਆਂ, ਕੈਰੀਓਕਾਈਨੇਸਿਸ 1, ਸਾਈਟੋਕਾਈਨੇਸਿਸ 1। ਅਤੇ ਮਿਓਸਿਸ 1 ਜਿਹੜੀ ਹੁੰਦੀ ਆ ਇਹ ਰਿਡਕਸ਼ਨਲ ਡਿਵੀਜ਼ਨ ਹੁੰਦੀ ਹੈ, ਮੈਂ ਦੱਸ ਚੁੱਕਾ ਤੁਹਾਨੂੰ। ਠੀਕ ਹੈ, ਕੈਰੀਓਕਾਈਨੇਸ ਦੇ ਅੱਗੇ ਜਿਸ ਤਰ੍ਹਾਂ ਬੇਟਾ ਬਹੁਤ ਸਾਰੀਆਂ ਚੀਜ਼ਾਂ ਨਾ ਮਿਓਸਿਸ ਅਤੇ ਮਾਈਟੋਸਿਸ ਦੀਆਂ ਸੇਮ ਆ। ਠੀਕ ਹੈ ਨਾ, ਕੁਝ ਚੀਜ਼ਾਂ ਡਿਫਰੈਂਟ ਆ, ਉਹ ਤੁਹਾਨੂੰ ਮੈਂ ਜ਼ਰੂਰ ਦੱਸੂਗਾ। ਹੁਣ ਦੇਖੋ ਮਿਓਸਿਸ 1 ਦੇ ਵਿੱਚ ਵੀ ਪ੍ਰੋਫੇਸ ਸਟੇਜ ਹੁੰਦੀ ਆ। ਠੀਕ ਹੈ, ਮੈਟਾਫੇਸ 1, ਐਨਾਫੇਸ 1 ਐਂਡ ਟੀਲੋਫੇਸ 1। ਠੀਕ ਹੈ, ਇੱਦਾਂ ਹੀ ਮਿਓਸਿਸ 2 ਦੇ ਵਿੱਚ ਪ੍ਰੋਫੇਸ 2, ਮੈਟਾਫੇਸ 2, ਐਨਾਫੇਸ 2, ਟੀਲੋਫੇਸ 2। ਓਕੇ, ਸੋ ਪਹਿਲੀ ਡਿਵੀਜ਼ਨ ਪਹਿਲੀ ਉਹੀ ਆ ਗਈ ਸਟੇਜ, ਕੈਰੀਓਕਾਈਨੇਸਿਸ ਹੋ ਗਈ, ਮੀਨਸ ਸਾਈਟੋਪਲਾਜ਼ਮ ਨਿਊਕਲੀਅਸ ਜਿਹੜਾ ਉਹ ਡਿਵਾਈਡ ਕਰੂਗਾ। ਓਕੇ, ਦੂਜੇ ਨੰਬਰ 'ਤੇ ਸਾਈਟੋਪਲਾਜ਼ਮ ਡਿਵਾਈਡ ਕਰੂਗਾ। ਓਕੇ ਜੀ, ਦੈਨ ਜਦੋਂ ਮਿਓਸਿਸ 1 ਜਿਹੜੀ ਆ ਤੋਂ ਬਾਅਦ ਮਿਓਸਿਸ 2 ਨਾਲ ਹੀ ਸ਼ੁਰੂ ਹੁੰਦੀ ਆ। ਮਿਓਸਿਸ 1 ਦੇ ਵਿੱਚ 2 ਸੈੱਲਸ ਬਣ ਕੇ ਤੁਹਾਡੇ ਕੋਲ, ਠੀਕ ਹੈ, ਇਹੀ 2 ਅੱਗੇ ਆ ਕੇ 4 ਬਣਨੇ ਆ, ਇਹਦੇ 2 ਅਤੇ ਇਹਦੇ 2, ਇਹ 4। ਇਹ ਮਿਓਸਿਸ 2 ਦੇ ਵਿੱਚ ਹੀ ਆ ਕੇ ਬਣਨੀ ਆ ਬੇਟਾ। ਹੁਣ ਜਦੋਂ ਮਿਓਸਿਸ, ਹੁਣ ਦੇਖੋ ਹੁਣ ਜਿਹੜੀ ਸਭ ਤੋਂ ਪਹਿਲਾਂ ਇੰਟਰਫੇਸ ਸਟੇਜ ਸੀਗੀ ਮਾਈਟੋਸਿਸ ਦੇ ਵਿੱਚ ਤੁਸੀਂ ਪੜ੍ਹੀ ਸੀਗੀ, ਇਹਦੇ ਵਿੱਚ ਇੰਟਰਕਾਈਨੇਸਿਸ ਸਟੇਜ ਆਉਣੀ ਆ ਮਿਓਸਿਸ 2 ਤੋਂ ਪਹਿਲਾਂ। ਇਹ ਗੱਲ ਯਾਦ ਰੱਖਣੀ, ਇੰਟਰਕਾਈਨੇਸਿਸ ਸਟੇਜ ਆਉਣੀ, ਬਟ ਇਹਦੇ ਵਿੱਚ ਐਸ ਫੇਜ਼ ਆ ਨਾ ਜਿਹੜਾ ਬੇਟਾ, ਐਸ ਫੇਜ਼ ਪੜ੍ਹਿਆ ਸੀ ਨਾ ਅਸੀਂ, G1 G2 ਐਸ ਫੇਜ਼, ਇਹਦੇ ਵਿੱਚ ਐਸ ਫੇਜ਼ ਜਿਹੜਾ ਉਹ ਨਹੀਂ ਹੁੰਦਾ। ਠੀਕ ਹੈ, ਐਸ ਫੇਜ਼ ਸਟੇਜ ਜਿਹੜੀ ਉਹ ਨਹੀਂ ਹੋਣੀ ਇੰਟਰਕਾਈਨੇਸਿਸ ਦੇ ਵਿੱਚ। ਓਕੇ ਬੇਟਾ, ਸੋ ਪਲੀਜ਼ ਇਹ ਗੱਲ, ਇਹ ਮੇਨ ਡਿਫਰੈਂਸ ਹੋ ਗਿਆ ਇੱਕ। ਠੀਕ ਹੈ, ਦੂਜਾ ਡਿਫਰੈਂਸ ਇਹ ਹੈਗਾ ਕਿ ਮਿਓਸਿਸ 1 ਦਾ ਪ੍ਰੋਫੇਸ 1 ਸਟੇਜ ਆ ਜਿਹੜੀਆਂ ਉਹਦੀਆਂ ਅੱਗੇ ਸਬ ਸਟੇਜਿਸ ਆ। ਜ਼ਾਇਗੋਟਿਨ ਸਭ ਤੋਂ, ਲੈਪਟੋਟਿਨ, ਫਿਰ ਜ਼ਾਇਗੋਟਿਨ, ਫਿਰ ਪੈਚੇਟਿਨ, ਫਿਰ ਡਿਪਲੋਟਿਨ, ਫਿਰ ਡਾਈਕਨਾਈਸਿਸ। ਇਹ ਜਿਹੜੀਆਂ 4 ਸਬ ਸਟੇਜਿਸ ਆ 5 ਕਿਹਦੀਆਂ ਆ ਬੇਟਾ? ਪ੍ਰੋਫੇਸ 1 ਦੀਆਂ ਸਟੇਜਿਸ ਆ। ਇਹ ਗੱਲ ਯਾਦ ਰੱਖਣੀ ਤੁਸੀਂ। ਠੀਕ ਹੈ, ਸੋ ਇਹਦੇ ਵਿੱਚ ਹੀ ਸਾਰਾ ਕੁਝ ਚੇਂਜਿਸ ਹੁੰਦੀਆਂ। ਬਾਕੀ ਸਾਰੀਆਂ ਸਟੇਜਿਸ ਜਿਹੜੀਆਂ ਮੈਟਾਫੇਸ, ਐਨਾਫੇਸ ਅਤੇ ਟੀਲੋਫੇਸ, ਜੋ ਮਾਈਟੋਸਿਸ ਦੇ ਵਿੱਚ ਹੋਇਆ ਸੀਗਾ ਉਹੀ ਇਹਨਾਂ ਵਿੱਚ ਹੋਣਾ। ਠੀਕ ਹੈ, ਪ੍ਰੋਫੇਸ 1 ਦੇ ਵਿੱਚ ਚੇਂਜਿਸ ਆਉਣੀਆਂ। ਠੀਕ ਹੈ ਬੇਟਾ, ਮੈਟਾਫੇਸ 1, ਐਨਾਫੇਸ 1 ਅਤੇ ਟੀਲੋਫੇਸ 1 ਜਿਹੜੀਆਂ ਉਹ ਸੇਮ ਸਟੇਜਿਸ ਆ। ਓਕੇ ਜੀ, ਪਹਿਲਾ ਡਿਫਰੈਂਸ ਇਹੀ ਆ ਗਿਆ। ਦੂਜਾ ਡਿਫਰੈਂਸ ਤੁਹਾਨੂੰ ਮੈਂ ਦੱਸ ਚੁੱਕਾ, ਜਦੋਂ ਮਿਓਸਿਸ 1 ਹੋ ਗਈ, ਜਦੋਂ ਮਿਓਸਿਸ 1 ਬੇਟਾ ਹੋ ਗਈ, ਦੈਨ ਉਸ ਤੋਂ ਬਾਅਦ ਕੀ ਹੋਣਾ? ਉਸ ਤੋਂ ਬਾਅਦ ਸਾਈਟੋਕਾਈਨੇਸਿਸ
ਵੀ ਹੋ ਗਈ। ਦੈਨ ਉਸ ਤੋਂ ਬਾਅਦ ਇੰਟਰਕਾਈਨੇਸਿਸ ਸਟੇਜ ਆਉਂਦੀ ਆ, ਜਿਹੜੀ ਇੰਟਰਫੇਜ਼ ਆਉਂਦੀ ਹੁੰਦੀ ਸੀਗੀ ਸਾਈਡ ਮਾਈਟੋਸਿਸ ਦੇ ਵਿੱਚ, ਠੀਕ ਹੈ। ਜਿਹੜੀ ਇੰਟਰਕਾਈਨੇਸ ਸਟੇਜ ਆ ਉਹਦੇ ਵਿੱਚ ਜਿਹੜਾ ਐਸ ਫੇਜ਼ ਆ ਬੇਟਾ ਉਹ ਨਹੀਂ ਹੁੰਦਾ, ਉਹ ਐਸ ਫੇਜ਼ ਸਟੇਜ ਜਿਹੜੀ ਉਹ ਨਹੀਂ ਹੁੰਦੀ। ਮਾਈਟੋਸਿਸ ਦੇ ਵਿੱਚ ਐਸ ਫੇਜ਼ ਸਟੇਜ ਜਿਹੜੀ ਉਹ ਬਣਦੀ ਆ ਜਿੱਥੇ ਕਿ DNA ਰੈਪਲੀਕੇਸ਼ਨ ਹੋਈ ਸੀ। ਹੁਣ ਯਾਦ ਆ ਗਿਆ ਹੋਣਾ ਤੁਹਾਨੂੰ। ਓਕੇ, ਅੰਡਰਸਟੂਡ ਆ। ਸੋ ਅਸੀਂ ਅੱਜ ਇਹ ਪੜ੍ਹਾਂਗੇ। ਸੋ ਮਿਓਸਿਸ 1 ਆ ਜਿਹੜੀ ਬੇਟਾ ਇਹ ਕਰਾਂਗੇ। ਪ੍ਰੋਫੇਸ 1 ਸਟੇਜ ਆ, ਉਹਦੀ ਸਭ ਤੋਂ ਪਹਿਲੀ ਫੇਜ਼ ਆ ਗਈ ਇੰਟਰਫੇਸ। ਆਹ ਦੇਖੋ ਇੰਟਰਫੇਸ ਆਉਂਦੀ ਸੀ, ਠੀਕ ਹੈ ਨਾ। ਇੰਟਰਫੇਸ ਦੇ ਵਿੱਚ ਜਿਹੜੇ ਕ੍ਰੋਮੋਜ਼ੋਮਸ ਆ, ਜਿਹੜਾ ਨਿਊਕਲੀਅਸ ਹੁੰਦਾ ਆ ਉਹ ਕਿੱਦਾਂ ਹੁੰਦਾ, ਨਿਊਕਲੀਅਰ ਡਿਵੀਜ਼ਨ ਹੋਣੀ ਪਹਿਲਾਂ, ਠੀਕ ਹੈ। ਇੰਟੈਕਟ ਨਿਊਕਲੀਅਸ ਆ, ਮੀਨਸ ਜੁੜਿਆ ਹੋਇਆ ਨਹੀਂ ਹੈਗਾ, ਪੋਜ਼ ਪ੍ਰੈਜ਼ੈਂਟ ਹੁੰਦੇ ਆ ਨਿਊਕਲੀਅਸ ਦੇ ਵਿੱਚ। ਸੋ ਇਹ ਨਿਊਕਲੀਅਸ ਆ, ਇਹ 'ਚ ਜਿਹੜੇ ਕ੍ਰੋਮੋਜ਼ੋਮਸ ਆ ਉਹ ਕੀ ਆ, ਥ੍ਰੈਡ ਲਾਈਕ ਸਟਰਕਚਰ ਆ। ਸੈਂਟਰੀਓਲ ਜਿਹੜਾ ਅਸੀਂ ਐਨੀਮਲ ਦੀ ਕਰ ਰਹੇ ਹਾਂ, ਤਾਂ ਐਨੀਮਲ ਸੈੱਲ ਦੇ ਵਿੱਚ ਸੈਂਟਰੀਓਲ ਜਿਹੜਾ ਉਹ ਪ੍ਰੈਜ਼ੈਂਟ ਹੁੰਦਾ ਆ ਬੋਥ ਸਾਈਡਸ 'ਤੇ, ਆਪੋਜ਼ਿਟ ਪੋਲਸ 'ਤੇ। ਇੱਕ ਇਹਦਾ ਇਹ ਹੋ ਗਿਆ, ਇੱਕ ਆ ਹੋ ਗਿਆ। ਅੰਡਰਸਟੂਡ। ਸੋ ਕ੍ਰੋਮੋਜ਼ੋਮ ਨੰਬਰ 4 ਆ ਇਹਦੇ ਵਿੱਚ, ਠੀਕ ਹੈ। ਇਹ ਹੈਗਾ ਤੁਹਾਡਾ ਇੰਟਰਫੇਸ ਸਟੇਜ। ਇਹ ਕਿਹੜੀ ਫੇਜ਼ ਆ, ਇੰਟਰਫੇਸ ਸਟੇਜ ਆ। ਓਕੇ, ਦੂਜੇ ਨੰਬਰ 'ਤੇ ਹੁਣ ਤੁਹਾਡੀ ਸਟਾਰਟ ਹੋ ਜਾਂਦੀ ਹੈ ਪ੍ਰੋਫੇਸ 1 ਦੀ ਸਬ ਸਟੇਜਿਸ। ਸਭ ਤੋਂ ਪਹਿਲੀ ਸਟੇਜ ਆਉਂਦੀ ਹੈ ਬੇਟਾ ਤੁਹਾਡੀ ਲੈਪਟੋਟੀਨ। ਓਕੇ, ਸੋ ਲੈਪਟੋਟੀਨ ਜਿਹੜੀ ਸਟੇਜ ਆ ਇਹਦੇ ਵਿੱਚ ਕੀ ਹੁੰਦਾ, ਲੈਪਟੋਟੀਨ ਦੇ ਵਿੱਚ ਨਿਊਕਲੀਅਸ ਉੱਦਾਂ ਹੀ ਕਰਦਾ, ਇੰਟੈਕਟ ਨਿਊਕਲੀਅਸ ਹੁੰਦਾ। ਬਟ ਜਿਹੜੇ ਇਹਦੇ ਕ੍ਰੋਮੋਜ਼ੋਮਸ ਹੁੰਦੇ ਨਾ ਬੇਟਾ, ਉਹ ਨਿਊਕਲੀਅਸ ਦੀ ਵਾਲ ਦੇ ਨਾਲ ਅਟੈਚ ਹੁੰਦੇ। ਇਹ ਜਿਹੜੀ ਵਾਲ ਹੁੰਦੀ ਹੈ ਡਬਲ ਮੈਂਬਰੇਨ ਹੁੰਦੀ ਹੈ ਵੈਸੇ, ਠੀਕ ਹੈ। ਇਹ ਜਿਹੜੇ ਕ੍ਰੋਮੋਜ਼ੋਮਸ ਅਟੈਚ ਹੁੰਦੇ ਆ ਨਿਊਕਲੀਅਸ ਦੇ, ਔਰ ਬੀਡ ਲਾਈਕ ਸਟਰਕਚਰਸ ਹੁੰਦੀਆਂ। ਕਿੱਦਾਂ ਦੀ ਹੁੰਦੀਆਂ, ਬੀਡ ਲਾਈਕ ਸਟਰਕਚਰਸ। ਕਾਪੀ ਦੇ ਤੁਸੀਂ ਡਾਇਗਰਾਮ 'ਚ ਦੇਖ ਸਕਦੇ ਹੋ। ਓਕੇ, ਇਹਨੂੰ ਬੀਡ ਲਾਈਕ ਸਟਰਕਚਰਸ ਬੋਲਦੇ ਆ। ਔਰ ਇਹਦੇ ਵਿੱਚ ਜਿਹੜੇ ਕ੍ਰੋਮੈਟਿਨ ਫਾਈਬਰਸ ਆ ਅਪੀਅਰ ਹੋ ਜਾਂਦੇ ਆ ਬੀਡ ਲਾਈਕ ਸਟਰਕਚਰਸ। ਇਹ ਜਿਹੜੇ ਕ੍ਰੋਮੈਟਿਨ ਫਾਈਬਰ ਸੀਗੇ, ਓਕੇ। ਔਰ ਫਾਈਬਰਸ ਆਰ ਅਟੈਚ ਟੂ ਨਿਊਕਲੀਅਰ ਮੈਂਬਰੇਨ। ਇਹ ਜਿਹੜੇ ਫਾਈਬਰਸ ਹੈ ਕਿਹਦੇ ਨਾਲ ਅਟੈਚ ਹੋ ਗਏ, ਨਿਊਕਲੀਅਸ ਮੈਂਬਰੇਨ ਨਾਲ। ਓਕੇ, ਨੈਕਸਟ ਸਟੇਜ ਆ ਜਾਂਦੀ ਹੈ ਬੇਟਾ ਜ਼ਾਈਗੋਟਿਨ ਸਟੇਜ ਆ ਜਾਂਦੀ ਹੈ। ਜ਼ਾਈਗੋਟਿਨ ਸਟੇਜ ਜਿਹੜੀ ਹੈਗੀ ਆ ਇਹ ਕਿੱਦਾਂ ਦੀ ਹੁੰਦੀ ਆ, ਇਹਦੇ ਵਿੱਚ ਹੋਮੋਲੋਗਸ ਕ੍ਰੋਮੋਜ਼ੋਮਸ ਜਿਹੜੇ ਆ ਉਹਨਾਂ ਦੀ ਜਿਹੜੇ ਕ੍ਰੋਮੋਜ਼ੋਮਸ ਹੁੰਦੇ ਆ ਉਹਨਾਂ ਦੀ ਪੇਅਰਿੰਗ ਹੋ ਜਾਂਦੀ ਆ, ਠੀਕ ਹੈ। ਅੰਡਰਸਟੂਡ ਆ। ਔਰ ਉਹ ਪੇਅਰਿੰਗ ਕਿਵੇਂ ਹੁੰਦੀ ਆ, ਕਿਉਂਕਿ ਦੇਖੋ ਲੈਪਟੋਟੀਨ ਦੇ ਵਿੱਚ ਤਾਂ ਥ੍ਰੈਡ ਕ੍ਰੋਮੈਟਿਨ ਫਾਈਬਰਸ ਹੁੰਦੇ ਆ, ਠੀਕ ਹੈ। ਕ੍ਰੋਮੈਟਿਨ ਫਾਈਬਰਸ ਤੋਂ ਬਾਅਦ ਉਹ ਕਿਹਦੇ ਵਿੱਚ ਉਹ ਕੰਡੈਂਸ ਹੋ ਜਾਂਦੇ ਆ ਅਤੇ ਉਹ ਕ੍ਰੋਮੋਜ਼ੋਮਸ ਬਣ ਜਾਂਦੇ ਆ, ਠੀਕ ਹੈ ਨਾ। ਜਿੱਦਾਂ ਅਸੀਂ ਪਹਿਲਾਂ ਪੜ੍ਹਿਆ ਸੀਗਾ ਪਹਿਲਾਂ ਸਟੇਜਿਸ ਦੇ ਵਿੱਚ। ਹੁਣ ਦੇਖੋ ਨਿਊਕਲੀਅਸ ਆ ਗਿਆ ਤੁਹਾਡਾ ਸੇਮ, ਠੀਕ ਹੈ। ਔਰ ਜਿਹੜੇ ਕ੍ਰੋਮੋਜ਼ੋਮਸ ਆ ਇੱਦਾਂ ਹੁੰਦੇ ਆ, ਹੋਮੋਲੋਗਸ ਕ੍ਰੋਮੋਜ਼ੋਮ ਪੇਅਰਿੰਗ ਹੈ ਨਾ, ਅਤੇ 4 ਆਉਣਗੇ ਥ੍ਰੈਡ ਸੀ, ਠੀਕ ਹੈ। ਔਰ ਇਹਨਾਂ ਦੇ ਵਿੱਚ ਕੀ ਹੋ ਜਾਂਦਾ ਹੁੰਦਾ, ਪੇਅਰਿੰਗ ਹੋਮੋਲੋਗਸ ਟੇਕ ਪਲੇਸ, ਜਿਹਨੂੰ ਅਸੀਂ ਸਨੈਪਸਿਸ ਬੋਲਦੇ ਹਾਂ ਅਸੀਂ, ਠੀਕ ਹੈ। 2 ਪੇਅਰ ਬਣ ਗਈ ਨਾ, ਆ ਦੇਖੋ 2 ਪੇਅਰ ਬਣ ਗਈ ਨਾ। ਸੋ 2 ਪੇਅਰ ਨੂੰ ਅਸੀਂ ਕੀ ਬੋਲਾਂਗੇ, ਸਨੈਪਸਿਸ। ਓਕੇ, ਹੁਣ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਸਨੈਪਸਿਸ ਕਿਹਦੇ ਵਿੱਚ ਹੁੰਦੀ ਹੈ। ਸਨੈਪਸਿਸ ਕਿਹਦੇ ਵਿੱਚ ਹੁੰਦੀ ਆ, ਮਿਓਸਿਸ 1 ਦੀ ਪ੍ਰੋਫੇਜ਼ 1 ਦੀ ਸਬ ਸਟੇਜ ਕਿਹੜੀ ਹੈ ਬੇਟਾ, ਜ਼ਾਈਗੋਟੀਨ। ਇਸ ਜ਼ਾਈਗੋਟੀਨ ਦੀ ਸਟੇਜ ਦੇ ਵਿੱਚ ਕੀ ਹੁੰਦੀ ਆ, ਸਨੈਪਸਿਸ ਹੁੰਦੀ ਆ। ਜਿਹਦੇ ਵਿੱਚ ਸਨੈਪਸਿਸ ਹੁੰਦੀ ਕੀ ਆ, ਜਿਸ 'ਚ ਹੋਮੋਲੋਗਸ ਕ੍ਰੋਮੋਜ਼ੋਮਸ ਜਿਹੜੇ ਕ੍ਰੋਮੋਜ਼ੋਮਸ ਹੁੰਦੇ ਆ ਉਹਨਾਂ ਦੀ ਪੇਅਰਿੰਗ ਹੋ ਜਾਂਦੀ ਹੈ, ਇੱਕ ਤੋਂ ਬਾਅਦ ਦੇਖੋ 2। ਅੰਡਰਸਟੂਡ, ਕਿਉਂਕਿ ਇਹ ਥ੍ਰੈਡ ਕਿੰਨੇ ਸੀਗੇ, ਥ੍ਰੈਡ ਤੁਹਾਡੇ ਸਾਹਮਣੇ 4 ਸੀਗੇ। ਸੋ ਇਹਨਾਂ ਦੀ ਆਪਸ 'ਚ ਹੁਣ 2 ਕ੍ਰੋਮੋਜ਼ੋਮਸ ਪੇਅਰਿੰਗ ਕਰੂਗੇ, ਠੀਕ ਹੈ ਨਾ। ਟੂ ਹੋਲਡ ਦਾ 2 ਹੋਮੋਲੋਗਸ ਕ੍ਰੋਮੋਜ਼ੋਮ ਸਨੈਪਟੋਨਮਲ ਕੰਪਲੈਕਸ ਇਜ਼ ਫਾਊਂਡ। 2 ਕ੍ਰੋਮੋਜ਼ੋਮਸ ਦੇ ਵਿੱਚ ਅਗਰ ਹੋਲਡ ਹੋਵੇ, ਸਪੋਜ਼ ਕਰ ਲਓ ਆਹ ਦੇਖੋ ਆਹ 2 ਅਤੇ ਆਹ 2, ਇਹ ਜ਼ਾਈਗੋਟੀਨ ਦੇ ਵਿੱਚ। ਸੋ ਇਹਨਾਂ ਦੇ ਵਿੱਚ ਇੱਕ ਕ੍ਰੋਮੋਜ਼ੋਮ ਸਨੈਪਟੋਨਮਲ ਕੰਪਲੈਕਸ ਬਣਦਾ ਜਿਹੜਾ ਪ੍ਰੋਟੀਨ ਦਾ ਹੁੰਦਾ, ਇਹਦੇ ਵਿੱਚ ਇਹਦਾ ਬੌਂਡ ਬਣ ਜਾਂਦਾ।
ਜਿਹੜਾ ਇਹਨਾਂ ਨੂੰ ਇਹ ਹੋਲਡ ਕਰਕੇ ਰੱਖਦਾ ਆਹ ਬੌਂਡ। ਇਸ ਨੂੰ ਅਸੀਂ ਕੀ ਕਹਿੰਦੇ ਆ, ਇਹ ਕਾਹਦਾ ਬਣਿਆ ਹੁੰਦਾ ਆ, ਸਨੈਪਟੋਨੇਮਲ ਕੰਪਲੈਕਸ ਬੋਲਦੇ ਅਸੀਂ ਇਹਨੂੰ। ਇਹ ਪ੍ਰੋਟੀਨ ਦਾ ਬਣਿਆ ਹੁੰਦਾ ਹੈ, ਠੀਕ ਹੈ ਨਾ। ਓਕੇ, ਇਹ ਪ੍ਰੋਟੀਨ ਨੈਟਵਰਕ ਹੁੰਦਾ ਜਿਹੜਾ ਇਹਨਾਂ ਨੂੰ ਇਹਨੂੰ ਹੋਲਡ ਕਰਕੇ ਰੱਖਦਾ ਹੈ। ਇੱਦਾਂ ਹੀ ਇਹਦੇ ਵਿੱਚ ਹੋ ਜਾਣਾ, ਠੀਕ ਹੈ ਨਾ। ਇਹ ਜ਼ਾਈਗੋਟਿਨ ਸਟੇਜ ਆ। ਓਕੇ ਬੇਟਾ, ਸੋ ਇਹ ਇਹਦੇ ਵਿੱਚ ਹੋਰ ਕੀ ਸਨੈਪਟੋਨੇਮਲ ਕੰਪਲੈਕਸ ਫਾਊਂਡ ਹੋ ਗਿਆ। ਅਤੇ ਦੈਨ ਜਿਹੜੇ ਆ ਇਹਨਾਂ 2 ਆਰਮਸ ਵੀ ਕ੍ਰੋਮੋਸੋਮਸ ਦੀਆਂ ਫਾਊਂਡ ਹੋ ਜਾਂਦੀਆਂ। ਜਿੱਦਾਂ ਸਪੋਜ਼ ਕਰ ਲਓ ਇੱਦਾਂ, ਇੱਦਾਂ ਇਹ ਹੋ ਗਏ 2 ਪੇਅਰਿੰਗ, ਇੱਕ ਹੋਰ ਬਣਾ ਲਓ। ਓਕੇ, ਇਹ 2 ਪੇਅਰਿੰਗ ਹੋ, ਅੰਡਰਸਟੂਡ। ਹੁਣ ਇੱਕ ਗੱਲ ਹੋਰ ਦੱਸਣੀ ਆ ਤੁਹਾਨੂੰ ਮੈਂ, ਆਹ ਦੇਖੋ ਕ੍ਰੋਮੋਜ਼ੋਮ ਆ, ਆਹ ਸੈਂਟਰੋਮੀਅਰ ਉਹਦਾ, ਆਹ 2 ਆਰਮਸ ਆ। ਹੁਣ ਜੇ ਤਾਂ ਆਪਾਂ ਆਹ 2 ਆਰਮਸ ਦੀ ਗੱਲ ਕਰੀਏ, ਇਸ ਦੋਨਾਂ ਆਰਮਸ ਨੂੰ ਆਪਾਂ ਸਿਸਟਰ ਕ੍ਰੋਮੈਟਿਡਸ ਬੋਲਾਂਗੇ। ਕੀ ਬੋਲਾਂਗੇ? ਸਿਸਟਰ ਕ੍ਰੋਮੈਟਿਡਸ। ਓਕੇ, ਸੇਮ ਆਰਮਸ। ਜੇ ਆਪਾਂ ਇਹਨਾਂ ਦੋਨਾਂ ਦੀ ਗੱਲ ਕਰੀਏ, ਦੋਨੇ ਡਿਫਰੈਂਟ ਆਰਮਸ ਜਿਹੜੀਆਂ ਹੋਣਗੀਆਂ, ਇਹਨਾਂ ਨੂੰ ਆਪਾਂ ਨੌਨ ਸਿਸਟਰ ਬੋਲਾਂਗੇ। ਓਕੇ ਬੇਟਾ, ਸੋ ਇਹ ਡਿਫਰੈਂਸ ਸੀਗਾ, ਠੀਕ ਹੈ। ਔਰ ਜਿਹੜੇ ਗੱਲ ਹੋਰ ਸੀ, ਜਿਹੜੀ ਇਹ ਨੌਨ ਸਿਸਟਰ ਕ੍ਰੋਮੈਟਿਨਸ ਆ, ਠੀਕ ਹੈ, ਆਹ ਨੌਨ ਸਿਸਟਰ ਜਿਹੜੀਆਂ ਅਲੱਗ-ਅਲੱਗ ਦੋਨੇ ਕ੍ਰੋਮੋਸੋਮਸ ਦੀਆਂ ਅਲੱਗ-ਅਲੱਗ ਜਿਹੜੀਆਂ ਆਰਮ ਸੀਗੀਆਂ, ਇਹ ਨੌਨ ਸਿਸਟਰ ਕ੍ਰੋਮੈਟ ਸੀਗੀਆਂ। ਸੋ ਇਹਨਾਂ ਦੇ ਵਿੱਚ ਕੀ ਹੁੰਦੀ ਹੈ? ਕ੍ਰੋਸਿੰਗ ਓਵਰ ਹੁੰਦੀ ਹੈ। ਇਹ ਅਸੀਂ ਨੈਕਸਟ ਪੜ੍ਹਾਂਗੇ ਕਿ ਕਿਹੜੀ ਸਟੇਜ ਦੇ ਵਿੱਚ ਹੁੰਦੀ ਹੈ, ਕ੍ਰੋਸਿੰਗ ਓਵਰ ਹੁੰਦੀ ਹੈ। ਓਕੇ, ਸੋ ਨੈਕਸਟ ਸਟੇਜ ਆ ਜਾਂਦੀ ਤੁਹਾਡੀ ਪੈਚੇਟਿਨ। ਨੈਕਸਟ ਸਟੇਜ ਕਿਹੜੀ ਹੈ ਬੇਟਾ? ਪੈਚੇਟਿਨ ਆ ਜਾਂਦੀ ਹੈ। ਓਕੇ, ਪੈਚੇਟਿਨ ਦੇ ਵਿੱਚ ਹੁਣ ਕੀ ਹੋਣੀ ਹੈ? ਕ੍ਰੋਸਿੰਗ ਓਵਰ ਹੁੰਦੀ ਹੈ, ਜਿਹਨੂੰ ਅਸੀਂ ਕਹਿੰਦੇ ਚਾਇਜ਼ਮਾ ਫਾਰਮੇਸ਼ਨ ਹੁੰਦੀ ਹੈ। ਆਹ ਦੇਖੋ, ਪੈਚੇਟਿਨ ਸਟੇਜ ਦੇ ਵਿੱਚ ਕੀ ਬਣਦਾ ਹੈ? ਚਾਇਜ਼ਮਾ ਫਾਰਮੇਸ਼ਨ ਹੁੰਦੀ ਹੈ। ਓਕੇ, ਐਂਡ ਦਾ ਐਕਸਚੇਂਜ ਆਫ ਇਹਦੇ ਵਿੱਚ ਹੀ ਜਿਹੜਾ ਐਕਸਚੇਂਜ ਜੈਨੇਟਿਕ ਮਟੀਰੀਅਲ ਆ ਉਹ ਐਕਸਚੇਂਜ ਹੁੰਦਾ। ਇਹਨੂੰ ਐਂਜ਼ਾਈਮੈਟਿਕ ਪ੍ਰੋਸੈਸ ਬੋਲਦੇ ਆ, ਜਿਹੜੇ ਕਿਹੜੀ ਐਂਜ਼ਾਈਮ ਦੀ ਹੈਲਪ ਨਾਲ ਹੁੰਦਾ ਹੈ? ਰੀਕੰਬੀਨੇਜ਼ ਐਂਜ਼ਾਈਮ। ਓਕੇ, ਹੁਣ ਇਹਦਾ ਸਟਰਕਚਰ ਕਿਵੇਂ ਬਣਦਾ ਆ? ਆਹ ਦੇਖੋ, ਇੱਦਾਂ ਆਹ ਜਿਹੜੀ ਚੀਜ਼ ਹੈ ਨਾ ਬੇਟਾ, ਇਹ ਕੀ ਹੋ ਗਈ? ਇਹਨੂੰ ਅਸੀਂ ਇੱਕ ਨੂੰ ਅਸੀਂ ਡਾਰਕ ਲੈ ਲੈਂਦੇ, ਜਿਹਦੇ ਵਿੱਚ ਓਕੇ, ਸੋ ਇਹ ਤੁਹਾਡੇ ਕੋਲ ਆ ਗਿਆ, ਇਹ ਚਾਇਜ਼ਮਾ ਫਾਰਮੇਸ਼ਨ। ਇਹਨੂੰ ਕੀ ਕਹਿੰਦੇ ਅਸੀਂ? ਚਾਇਜ਼ਮਾ ਫਾਰਮੇਸ਼ਨ ਹੁੰਦੀ ਹੈ, ਜਿਹਦੇ ਵਿੱਚ ਜੈਨੇਟਿਕ ਮਟੀਰੀਅਲ ਜਿਹੜਾ ਉਹ ਕੀ ਕਰਦਾ ਹੈ? ਐਕਸਚੇਂਜ ਕਰਦਾ ਹੈ। ਓਕੇ, ਨੈਕਸਟ ਸਟੇਜ ਤੁਹਾਡੇ ਕੋਲ ਆ ਜਾਂਦੀ ਹੈ ਡਿਪਲੋਇਡਿਨ ਸਟੇਜ। ਔਰ ਡਿਪਲੋਇਡਿਨ ਸਟੇਜ ਦੇ ਵਿੱਚ ਜਿਹੜਾ ਸਨੈਪਟੋਨੇਮਲ ਕੰਪਲੈਕਸ ਬਣਿਆ ਸੀਗਾ 2 ਕ੍ਰੋਮੋਸੋਮਸ ਦੇ ਵਿੱਚ, 2 ਕ੍ਰੋਮੋਸੋਮਸ ਦੇ ਵਿੱਚ ਜਿਹੜਾ ਸਨੈਪਟੋਨੇਮਲ ਕੰਪਲੈਕਸ ਬਣਿਆ ਸੀਗਾ ਬੇਟਾ, ਠੀਕ ਹੈ, ਉਹਨੂੰ ਅਸੀਂ ਪ੍ਰੋਟੀਨ ਦਾ ਸਟਰਕਚਰ ਬੋਲਦੇ ਸੀ। ਆਹ ਜਿਹੜਾ ਇਹ ਕੀ ਕਰ ਜਾਂਦਾ? ਬ੍ਰੇਕ ਕਰ ਜਾਂਦਾ, ਠੀਕ ਹੈ। ਡਿਪਲੋਇਡਿਨ ਸਟੇਜ ਦੇ ਵਿੱਚ ਸਨੈਪਟੋਨੇਮਲ ਕੰਪਲੈਕਸ ਜਿਹੜਾ ਇਹ ਕੀ ਕਰਦਾ? ਬ੍ਰੇਕ ਕਰ ਜਾਂਦਾ। ਓਕੇ, ਔਰ ਹੋਮੋਲੋਗਸ ਕ੍ਰੋਮੋਸੋਮਸ ਜਿਹੜੇ ਆ ਉਹ ਕੀ ਹੋ ਜਾਂਦੇ ਆ? ਸੈਪਰੇਟ ਹੋ ਜਾਂਦੇ ਆ, ਠੀਕ ਹੈ। ਇਹਨੂੰ ਅਸੀਂ ਬੋਲਦੇ ਹਾਂ ਟਰਮੀਨਲਾਈਜੇਸ਼ਨ ਜਿਹੜੀ ਉਹ ਸਟਾਰਟ ਹੋ ਜਾਂਦੀ। ਓਕੇ, ਫਿਰ ਉਸ ਤੋਂ ਬਾਅਦ ਡਾਇਕਾਈਨੇਸਿਸ ਸਟੇਜ ਆਉਂਦੀ ਹੈ, ਠੀਕ ਹੈ। ਇਹ ਅਸੀਂ ਪ੍ਰੋਸੈਸ 1 ਦੀਆਂ ਸਾਰੀਆਂ ਸਟੇਜਿਸ ਪੜ੍ਹ ਰਹੇ ਹਾਂ ਇਸ ਅੱਗੇ ਤੱਕ। ਸੋ ਡਾਇਕਾਈਨੇਸਿਸ ਦੇ ਵਿੱਚ ਜਿਹੜੇ ਆ ਕ੍ਰੋਮੋਸੋਮਸ ਆ ਉਹ
ਉਹਦੇ ਵਿੱਚ ਸਪਿੰਡਲ ਫਾਈਬਰ ਹੁਣ ਦੇਖੋ ਉਹਦੇ ਵਿੱਚ ਸਾਰੀਆਂ ਚੀਜ਼ਾਂ ਉਹਦੀ ਜਿਹੜੀ ਮੈਂਬਰੇਨ ਹੁੰਦੀ ਨਿਊਕਲੀਅਰ ਮੈਂਬਰੇਨ ਉਹ ਡਿਸੋਸ਼ੀਏਟ ਕਰ ਜਾਣੀ। ਹੁਣ ਇੱਥੇ ਆ ਕੇ ਹੁਣ ਅਸੀਂ ਮਾਈਟੋਸਿਸ ਦੇ ਵਿੱਚ ਤਾਂ ਇੰਟਰਫੇਸ ਸਟੇਜ ਦੇ ਵਿੱਚ ਹੀ ਉਹ ਡਿਸੋਸ਼ੀਏਸ਼ਨ ਹੋ ਜਾਂਦੀ ਸੀ ਕਿ ਮੈਂਬਰੇਨ ਉਹਦੀਆਂ ਖਤਮ ਹੋ ਜਾਂਦੀ, ਬਟ ਇਹਦੀ ਇੱਥੇ ਡਾਈਕਨਾਈਸਿਸ ਸਟੇਜ ਦੇ ਵਿੱਚ ਆ ਕੇ ਜਿਹੜੀਆਂ ਮੈਂਬਰੇਨਸ ਆ ਉਹ ਡਿਸੋਸ਼ੀਏਟ ਕਰ ਜਾਂਦੀਆਂ, ਮਤਲਬ ਖਤਮ ਹੋ ਜਾਂਦੀਆਂ। ਐਸਟਰਸ ਦੀ ਫਾਰਮੇਸ਼ਨ ਹੋ ਜਾਂਦੀ ਹੈ, ਠੀਕ ਹੈ। ਸਪਿੰਡਲ ਫਾਈਬਰਸ ਬਣ ਜਾਂਦੇ ਆ। ਕ੍ਰੋਮੋਜ਼ੋਮਸ ਵਿਦ ਐਕਸਚੇਂਜ ਜੈਨੇਟਿਕ ਮਟੀਰੀਅਲ, ਇਹ ਸਾਰਾ ਕੁਛ ਹੁੰਦਾ ਇਹਦੇ ਵਿੱਚ। ਹੁਣ ਕਿੱਦਾਂ ਹੁੰਦਾ ਉਹ ਸਟਰਕਚਰ ਦੇਖੋ ਜਰਾ, ਆਹ ਸਟਰਕਚਰ ਆ, ਠੀਕ ਹੈ। ਸਭ ਤੋਂ ਪਹਿਲਾਂ ਤਾਂ ਤੁਸੀਂ ਐਨੀਮਲ ਸੈੱਲ ਦੀ ਗੱਲ ਕਰ ਰਹੇ ਹੋ ਨਾ, ਜਦੋਂ ਡਿਸੋਸ਼ੀਏਟ ਹੁੰਦੀ ਹੈ ਐਨੀਮਲ ਸੈੱਲ ਦੇ ਵਿੱਚ ਤੁਸੀਂ ਇੱਕ ਚੀਜ਼ ਬਣਾਉਣੀ ਹੈ ਸਭ ਤੋਂ ਪਹਿਲਾਂ, ਆਹ ਦੇਖੋ ਸੈਂਟਰੀਓਲ। ਕੀ ਬਣਾਓਗੇ ਇਹਨੂੰ, ਕੀ ਬੋਲੋਗੇ, ਸੈਂਟਰੀਓਲ ਬਣੂਗਾ, ਓਕੇ। ਔਰ ਇਹ ਜਿਹੜਾ ਸੈਂਟਰੀਓਲ ਦੋਨੋਂ ਪੋਲਸ 'ਤੇ ਬਣੂਗਾ। ਇਹ ਐਨੀਮਲ ਸੈੱਲ ਦੇ ਵਿੱਚ ਪ੍ਰੈਜੈਂਟ ਹੁੰਦਾ, ਪਲਾਂਟ ਸੈੱਲ ਦੇ ਵਿੱਚ ਇਹ ਐਬਸੈਂਟ ਹੁੰਦਾ। ਇਹ ਚੀਜ਼ ਇੰਪੋਰਟੈਂਟ ਨੋਟ ਕਰ ਲਿਓ। ਸੋ ਸੈਂਟਰੀਓਲ ਬਣ ਗਿਆ, ਉਸ ਤੋਂ ਬਾਅਦ ਸਪਿੰਡਲ ਫਾਈਬਰਸ ਫਾਰਮੇਸ਼ਨ ਕਰੋ, ਕੰਟੀਨਿਊਸ ਹੋ ਗਏ, ਜਿਹੜਾ ਪੂਰਾ ਹੈਗਾ ਅਟੈਚ ਇੱਕ ਦੂਜੇ ਨਾਲ, ਉਹਨੂੰ ਕੰਟੀਨਿਊਸ ਬੋਲਾਂਗੇ ਅਸੀਂ, ਠੀਕ ਹੈ। ਔਰ ਜਿਹੜੇ ਹੈਗੇ ਆ ਜਿਹਨਾਂ ਵਿੱਚ ਗੈਪ ਹੁੰਦਾ ਉਹ ਡਿਸਕੰਟੀਨਿਊਸ ਹੁੰਦਾ, ਓਕੇ। ਹੁਣ ਦੇਖੋ, ਹੁਣ ਕ੍ਰੋਮੋਜ਼ੋਮਸ ਜਿਹੜੇ ਆ ਉਹ ਤੁਹਾਡੇ ਸਾਹਮਣੇ ਹੋਊਗੇ। ਹੁਣ ਇਹ ਜਿਹੜੇ ਕ੍ਰੋਮੋਜ਼ੋਮਸ ਆ ਸੈਪਰੇਟ ਹੋ ਗਏ ਆ, ਆਹ ਡਿਪਲੋਇਡਿੰਗ ਸਟੇਜ ਦੇ ਵਿੱਚ ਜਿਹੜੇ ਕ੍ਰੋਮੋਜ਼ੋਮ ਸੀਗੇ ਉੱਥੇ ਸੈਪਰੇਟ ਹੋ ਜਾਂਦੇ ਆ, ਕਿਉਂਕਿ ਪ੍ਰੋਟੀਨ ਕੰਪਲੈਕਸ ਵੀ ਟੁੱਟ ਜਾਂਦਾ ਹੈ। ਸੋ ਆਪਾਂ ਨੇ ਇਹਦੇ ਵਿੱਚ ਕ੍ਰੋਮੋਜ਼ੋਮਸ ਇੱਦਾਂ ਬਣੂਗਾ ਤੁਹਾਡਾ ਇਹ ਵਾਲਾ, ਕਿਉਂਕਿ ਚੈਜ਼ਮਾ ਤੁਸੀਂ ਫਾਰਮੇਸ਼ਨ ਜਿਹੜੀ ਉਹ ਸ਼ੋਅ ਜ਼ਰੂਰ ਕਰਨੀ ਆ। ਚੈਜ਼ਮਾ ਜਿਹੜਾ ਬੌਂਡ ਬਣਦਾ ਹੁੰਦਾ ਉਹਨੂੰ ਸ਼ੋਅ ਜ਼ਰੂਰ ਕਰਨਾ। ਫਿਰ ਉਸ ਤੋਂ ਬਾਅਦ ਦੂਸਰਾ ਠੀਕ ਹੈ। ਦੈਨ ਉਸ ਤੋਂ ਬਾਅਦ ਮਤਲਬ 4 ਤੁਸੀਂ ਇੱਦਾਂ ਨੂੰ ਬਣਾਏ, ਇੱਕ ਆਹ 2 ਬਣਾ ਦੇਣੇ ਅਤੇ 2 ਆਹ ਬਣਾ ਦੇਣੇ। ਇਹ ਅਲੱਗ ਅਲੱਗ ਸਟਿੰਗਸ ਫਾਈਬਰਸ 'ਤੇ ਬਣਾ ਦੇਣੇ। ਇਹ ਕਿੱਥੇ ਬਣ ਜੂਗਾ, ਠੀਕ ਹੈ, ਔਰ ਇੱਕ ਆਹ ਵਾਲੀ 'ਤੇ ਬਣ ਜੂਗਾ। ਅੰਡਰਸਟੂਡ। ਸੋ ਇਹ ਜਿਹੜੇ ਆ ਇਹ ਫਾਈਬਰਸ 'ਤੇ ਫਾਰਮੇਸ਼ਨ ਹੋ ਜਾਂਦੀ ਆ, ਅਲੱਗ ਅਲੱਗ ਲਾਈਨ 'ਤੇ ਆ ਜਾਂਦੇ ਆ ਕ੍ਰੋਮੋਜ਼ੋਮਸ, ਅੰਡਰਸਟੂਡ ਹੈ। ਸੋ ਇਹ ਹੈਗੀ ਡਾਈਕਨਾਈਸਿਸ। ਹੁਣ ਬਸ ਇਹ ਇੰਪੋਰਟੈਂਟ ਚੀਜ਼ ਆ ਬੇਟਾ, ਇਹ ਸਬ ਸਟੇਜਿਸ ਜਿਹੜੀਆਂ ਹੈਗੀਆਂ, ਠੀਕ ਹੈ, ਇੱਕ ਵਾਰੀ ਰਿਵਾਈਜ਼ ਕਰ ਲਓ, ਇੱਕ ਵਾਰੀ ਰਿਪੀਟ ਕਰ ਲੈਣੇ ਆਪਾਂ ਦੁਬਾਰਾ। ਇੰਟਰਫੇਸ ਸਟੇਜ ਆ ਗਈ ਜਿਹਦੇ ਵਿੱਚ ਕ੍ਰੋਮੈਟਿਨ ਫਾਈਬਰਸ ਹੁੰਦੇ ਆ, ਠੀਕ ਹੈ। ਉਸ ਤੋਂ ਬਾਅਦ ਲੈਪਟੋਟੀਨ ਪਹਿਲੀ ਸਟੇਜ ਹੁੰਦੀ ਆ, ਕਿਹਦੀ ਹੁੰਦੀ ਆ ਉਹ ਪ੍ਰੋਫੇਸ 1 ਦੀ ਪਹਿਲੀ ਸਟੇਜ ਲੈਪਟੋਟੀਨ, ਜਿਹਦੇ ਵਿੱਚ ਜਿਹੜੇ ਆ ਕ੍ਰੋਮੈਟਿਨਥਾਈਡਸ ਉਹ ਨਿਊਕਲੀਅਸ ਦੇ ਨਾਲ ਅਟੈਚ ਹੁੰਦੇ ਆ, ਦੇਖੋ, ਔਰ ਬੀਡ ਲਾਈਕ ਸਟਰਕਚਰ ਬਣ ਜਾਂਦੇ ਆ, ਠੀਕ ਹੈ। ਉਸ ਤੋਂ ਬਾਅਦ ਜ਼ਾਈਗੋਟਿਨ ਸਟੇਜ ਆਉਂਦੀ ਜਿਹਦੇ ਵਿੱਚ ਹੋਮੋਲੋਗਸ ਪੇਅਰਿੰਗ ਹੁੰਦੀ ਜਿਹਨੂੰ ਅਸੀਂ ਬੋਲਦੇ ਹਾਂ ਸਨੈਪਸ, ਠੀਕ ਹੈ। ਔਰ ਇਹਨਾਂ ਵਿੱਚ ਹੋਮੋਲੋਗਸ ਪੇਅਰਿੰਗ ਜਿਹੜੀ ਆ ਉਹ ਕਿਹੜਾ ਸਨੈਪਟੋਨੇਬਲ ਕੰਪਲੈਕਸ ਹੁੰਦਾ ਆ, ਪ੍ਰੋਟੀਨ ਕੰਪਲੈਕਸ ਉਹਨੂੰ ਬੋਲਦੇ ਆ, ਨੈਟਵਰਕ ਬੋਲਦੇ ਆ, ਠੀਕ ਹੈ। ਦੈਨ ਉਸ ਤੋਂ ਬਾਅਦ ਜਿਹੜੇ ਕ੍ਰੋਮੋਜ਼ੋਮਸ ਆ ਚੈਜ਼ਮਾ ਫਾਰਮੇਸ਼ਨ ਹੁੰਦੀ ਆ, ਉਹ ਕਿੱਥੇ ਹੁੰਦੀ ਆ ਕੇ ਪੈਚੇਟਿਨ ਸਟੇਜ ਦੇ ਵਿੱਚ ਹੁੰਦੀ ਆ, ਠੀਕ ਹੈ। ਇਹ ਵੀ ਤੁਹਾਨੂੰ ਪਤਾ ਹੋਣਾ ਕਿਹੜਾ ਐਂਜ਼ਾਈਮ ਹੁੰਦਾ, ਰੀਕੰਬੀਨੇਜ਼ ਐਂਜ਼ਾਈਮ ਜਿਹੜਾ ਹੈਲਪ ਕਰਦਾ ਆ। ਔਰ ਚੈਜ਼ਮਾ ਫਾਰਮੇਸ਼ਨ ਹੁੰਦੀ ਕੀ ਆ, ਜਿਹਦੇ ਵਿੱਚ ਜੈਨੇਟਿਕ ਮਟੀਰੀਅਲ ਜਿਹੜਾ ਤੁਹਾਡਾ ਸਾਡੇ ਜਿਹੜੇ ਕ੍ਰੋਮੋਜ਼ੋਮਸ ਦਾ ਉਹ ਐਕਸਚੇਂਜ ਕਰਦਾ ਹੈ, ਓਕੇ। ਫਿਰ ਡਿਪਲੋਇਡਿੰਗ ਸਟੇਜ ਆ ਜਾਂਦੀ ਆ। ਡਿਪਲੋਇਡਿੰਗ ਸਟੇਜ ਦੇ ਵਿੱਚ ਸਨੈਪਟੋਗਨ ਬ੍ਰੇਕ ਕਰ ਜਾਂਦਾ, ਹੋਮੋਲੋਗਸ ਕ੍ਰੋਮੋਜ਼ੋਮ ਜਿਹੜੇ ਸੈਪਰੇਟ ਹੋ ਜਾਂਦੇ ਆ ਅਤੇ ਟਰਮੀਨਲਾਈਜੇਸ਼ਨ ਜਿਹੜੀ ਉਹ ਸਟਾਰਟ ਹੋ ਜਾਂਦੀ ਹੈ। ਜਦੋਂ ਟਰਮੀਨਲਾਈਜੇਸ਼ਨ ਸਟਾਰਟ ਹੁੰਦੀ ਆ, ਠੀਕ ਹੈ, ਉਸ ਤੋਂ ਬਾਅਦ ਜਿਹੜੀ ਮੈਂਬਰੇਨ ਆ ਨਿਊਕਲੀਅਸ ਦੀ ਉਹ ਡਿਸੋਸ਼ੀਏਟਸ ਕਰ ਗਈਆਂ ਜਾਂ ਹੋਰ ਔਰਗੇਨਲਸ ਦੀਆਂ ਮੈਂਬਰੇਨ ਡਿਸੋਸ਼ੀਏਟ, ਐਸਟਸ ਦੀ ਫਾਰਮੇਸ਼ਨ ਹੋ ਜਾਂਦੀ ਆ ਇੱਥੇ, ਠੀਕ ਹੈ। ਸੈਂਟਰੀਓਲ ਦੇ ਅਲੱਗ ਅਲੱਗ ਪੋਜੀਸ਼ਨਸ 'ਤੇ ਚੱਲ ਜਾਂਦੇ ਆ, ਆਪੋਜਿਟ ਪੋਲਸ 'ਤੇ ਸਪਿੰਡਲ ਫਾਈਬਰਸ ਬਣ ਜਾਂਦੇ ਆ ਅਤੇ ਕ੍ਰੋਮੋਜ਼ੋਮਸ ਵਿਦ ਜਿਹੜੇ ਮਟੀਰੀਅਲ ਜਿਹੜਾ ਐਕਸਚੇਂਜ ਉਹ ਪਹਿਲਾਂ ਹੀ ਕੀਤਾ ਹੁੰਦਾ, ਠੀਕ ਹੈ ਨਾ। ਸੋ ਨੈਕਸਟ ਸਟੇਜ ਆ ਜਾਂਦੀ ਤੁਹਾਡੀ ਮੈਟਾਫੇਜ਼। ਹੁਣ ਆਉਂਦੀ ਆ, ਅਸੀਂ ਪ੍ਰੋਫੇਜ਼ ਪਹਿਲਾਂ ਪੜ੍ਹ ਲਈ ਆ, ਪ੍ਰੋਫੇਜ਼ ਦੀਆਂ ਸਬ ਸਟੇਜਿਸ ਵੀ ਪੜ੍ਹ ਲਈਆਂ ਆਪਾਂ ਨੇ, ਪ੍ਰੋਫੇਜ਼ ਵੀ ਹੈਵ ਡਨ। ਇਹਦੀਆਂ ਸਬ ਸਟੇਜਿਸ ਆ ਜਿਹੜੀਆਂ ਉਹ ਵੀ ਪੜ੍ਹ ਲਈਆਂ, 5 ਸੀਗੀਆਂ, ਲੈਪਟੋਟਿਨ, ਜ਼ਾਈਗੋਟਿਨ, ਪੈਚੇਟਿਨ, ਠੀਕ ਹੈ, ਡਿਪਲੋਇਡਿਨ ਅਤੇ ਡਾਈਕਨਾਈਸਿਸ, ਅੰਡਰਸਟੂਡ। ਇਹ ਹੋ ਗਿਆ। ਹੁਣ ਮੈਟਾਫੇਜ਼ ਸਟੇਜ ਆ ਜਾਓ ਬੇਟਾ ਤੁਹਾਡੀ। ਮੈਟਾਫੇਜ਼ ਸਟੇਜ ਦੇ ਵਿੱਚ ਆ ਜਾਂਦਾ 1, ਮੈਟਾਫੇਜ਼ 1। ਇਹਦੇ ਵਿੱਚ ਜਿਹੜੇ ਆ ਹੁਣ ਮਾਈਟੋਸਿਸ 1 ਦੇ ਵਿੱਚ ਵੀ ਇੱਕ ਗੱਲ ਯਾਦ ਰੱਖਿਓ, ਮਾਈਟੋਸਿਸ 1 ਦੇ ਵਿੱਚ ਵੀ ਬੇਟਾ ਆਹ ਦੇਖੋ, ਪਿਛਲੀ ਵੀਡੀਓ ਦੇਖ ਲੈਂਦੇ ਅਸੀਂ।
ਮਾਈਟੋਸਿਸ। ਹਾਂ, ਮਾਈਟੋਸਿਸ ਦੇ ਵਿੱਚ ਮਾਈਟੋਸਿਸ ਤਾਂ ਇਕੱਲੀ ਹੁੰਦੀ 1 2 ਵਿੱਚ ਕੁਛ ਸੀਗਾ ਨਹੀਂ। ਮਾਈਟੋਸਿਸ ਦੇ ਵਿੱਚ ਵੀ ਆ ਦੇਖੋ ਮੈਟਾਫੇਜ਼ ਜਿਹੜੀ ਸਟੇਜ ਆ ਉਹਦੇ ਜਿਹੜੇ ਕ੍ਰੋਮੋਸੋਮ ਇਕੁਟੋਰੀਅਲ ਲਾਈਨ 'ਚ ਆ ਗਏ ਸੈਂਟਰ 'ਚ। ਠੀਕ ਹੈ, ਹੁਣ ਇੱਦਾਂ ਹੀ ਜਿਹੜੇ ਆ ਮਿਓਸਿਸ ਦੇ 1 ਦੇ ਵਿੱਚ ਵੀ ਕੀ ਹੁੰਦਾ ਆ, ਮੈਟਾਫੇਜ਼ 1 ਜਿਹੜੀ ਸਟੇਜ ਆ ਉਹਦੇ ਵਿੱਚ ਜਿਹੜੇ ਕ੍ਰੋਮੋਸੋਮਸ ਆ ਉਹ ਇਕੁਟੋਰੀਅਲ ਲਾਈਨ 'ਚ ਆ ਗਏ। ठीक है, बट बस एक गल डिफरेंस आ बेटा ये च होमोलोगस पेयर क्रोमोसोम्स आ, बस ये मेन गल आ। होमोलोगस जोड़े क्रोमोसोम पेयर च सीगे। ठीक है, और ये आ देखो इक्वेटोरियल लाइन च आ गए। दैन उस तो बाद एनाफेज स्टेज दे विच 1 दे विच ये दोने एक दूजे इधर मूव करते हैं ये पोल दे वालों। ठीक है, और ਹੁਣ ਇਹਦੇ ਵਿੱਚ ਇੱਕ ਹੋਰ ਡਿਫਰੈਂਸ ਆ, ਮਾਈਟੋਸਿਸ ਦੇ ਵਿੱਚ ਜਿਹੜਾ ਸੈਂਟਰੋਮੀਅਰ ਉਹ ਸਪਲਿਟ ਕਰ ਜਾਂਦਾ ਹੈ। ਸਪੋਜ਼ ਕਰ ਲਓ ਆ ਕ੍ਰੋਮੋਸੋਮ ਸੀਗਾ। ਠੀਕ ਹੈ, ਇਹਦੇ ਵਿੱਚ ਤਾਂ ਪੇਅਰਿੰਗ ਇਹ ਮਿਓਸਿਸ 1 ਦੀ ਮੈਂ ਬਣਾਇਆ, ਮਾਈਟੋਸਿਸ ਦੇ ਵਿੱਚ ਇੱਦਾਂ ਸੀਗਾ ਕ੍ਰੋਮੋਸੋਮ। ਠੀਕ ਹੈ, ਹੁਣ ਜਦੋਂ ਇਹਨੇ ਮਾਈਟੋਸਿਸ ਦੇ ਵਿੱਚ ਜਿਹੜਾ ਕ੍ਰੋਮੋਸੋਮ ਆ ਉਹ ਸਪਲਿਟ ਕਰ ਜਾਂਦਾ ਸੀਗਾ ਕਿੱਥੋਂ, ਆ ਸੈਂਟਰ 'ਚੋਂ। ਆਹ ਚੀਜ਼ ਇੱਧਰ ਚਲ ਜਾਂਦੀ ਸੀ, ਆ ਇੱਧਰ ਆ ਜਾਂਦੀ ਮਾਈਟੋਸਿਸ ਦੇ ਵਿੱਚ। ਬਟ ਇਹਦੇ ਵਿੱਚ ਸਪਲਿਟ ਨਹੀਂ ਕਰਦਾ, ਇਹਦੇ ਵਿੱਚ ਪੂਰਾ ਪਾਰਟ ਜਿਹੜਾ ਉਹ ਇੱਧਰ ਚਲ ਜਾਂਦਾ ਜਾਂ ਇੱਧਰ ਆ ਜਾਂਦਾ। ਅਤੇ ਜੇ ਹੁਣ ਸਪਲਿਟ ਨਹੀਂ ਕਰੂਗਾ, ਠੀਕ ਆ, ਹੁਣ ਮਾਈਟੋਸਿਸ ਦੇ ਵਿੱਚ ਆ ਜਿਹੜਾ ਗੈਪ ਸੀਗਾ, ਆਹ ਵਾਲਾ ਗੈਪ ਜਿਹੜਾ ਸੀਗਾ, ਇਹ ਗੈਪ ਨੂੰ ਅਸੀਂ ਬੋਲਦੇ ਸੀ ਇੰਟਰਜ਼ੋਨਲ ਫਾਈਬਰ। ਇੰਟਰਜ਼ੋਨਲ ਫਾਈਬਰ। ठीक है, सो इंटरजोनल फाइबर जोड़ा आ ये फॉर्मड होंदा सीगा किहदे विच, माइटोसिस दे, क्योंकि उत्थे सेंट्रोमीयर सपलिट करदा सी। बट एनाफेज 1 मिओसिस 1 की स्टेज विच ना कोई इत्थे इहदे विच सेंट्रोमीयर सपलिट होंदा ते ना ही इहदे विच इंटरजोनल फाइबर फॉर्मेशन होंदी है। ओके बेटा, नैक्सट स्टेज आ जाती है तुहाडी, नैक्सट स्टेज आ जाती है टीलोफेज 1। ठीक है, टीलोफेज 1 जिहड़ी हैगी आ उहदे विच दोबारा इन्वैजीनेशन अंदर नूं होनी शुरू हो जाती है मैंबरेन की, और न्यूक्लियर मैंबरेन दोबारा अपीयर कर जाती है, क्योंकि 2 क्रोमोसोम आ इधर चल गए, आ इधर चल गए सीगे, तो आ 2 देखो मैंबरेन फॉर्मेशन हो गई। क्रोमोसोम दोबारा डीकंडेंस्ड हो गए, स्पिंडल फाइबर फिर दोबारा डिसअपीयर हो गई। ठीक है, साइटोकाइनेसिस 1 लास्ट जिहदे विच साइटोप्लाज्म डिवाइड कर जाता आपस, तो अलग अलग जिहड़े एक तो कितने बन जाते 2। ठीक है, हुण यही जिहड़े हुण मैं एक स्टार्टिंग च गल दस के हटिया सीगा इंटरकाइनेस स्टेज, इत्थों इंटरकाइनेस स्टेज स्टार्ट होंदी है। हुण इंटरकाइनेस क्योंकि पहलां असीं इंटरफेस पढ़दे हुंदे सी, हुण इंटरकाइनेस स्टेज आ देखो, इंटरकाइनेस स्टेज जिहड़ी आ ओह स्टार्ट हो गई है इस तो अगे। ठीक है, यही दोनों सैल अगे मूव फॉरवर्ड करनगे, जिहदे विच की होगी तुहाडी मिओसिस 2 इन्हां दे विच। हुण ये 2 तो अगे जाके किन्ने बनने, 4 बनने बेटा, इन्हें डिवीजन आ। ठीक है, हुण देखो नैक्सट है ना अगे, हुण नैक्सट स्टेज दे विच सेम टू सेम उही प्रोसैस आ बेटा सारा कुछ। ठीक है, कोई चेंजिस नहीं आउणियां, ये 2 तो अगे 4 होणगे। ठीक है, तो तुसीं की करना, प्रोफेस उही पहली स्टेज किहड़ी आऊगी तुहाडी, प्रोफेस 2 आऊगी। ठीक है, प्रोफेस 2 दे विच जिहड़े आ वो क्रोमोसोम्स की करनगे, उन्हां दे विच डिवाइड, इन्हां दोनों दे विच हुण चलूगा, दोने पैरलल चलूगे इदां, ये हैगी प्रोफेस 2। ठीक है, प्रोफेस 2 दे विच फिर जिहड़े क्रोमोसोम्स आ वो हॉरिजेंटली इदां ये स्ट्रक्चर बन जूगा, सेंट्रीओल हो गए, इत्थों आ गए। ठीक है, ओके, और जिहड़े क्रोमोसोम्स आ इत्थे अटैच, अंडरस्टूड, इदां ही इधर बनूगा। ठीक है, इदां ही जिहड़े क्रोमोसोम्स आ इधर बनूगा, अंडरस्टूड है। सो ये हुण की होगा, न्यूक्लियर मैंबर डिसअपीयर फिर हो जूगी, नोट कर सकते हो जे तुसीं लिखना, तो जिहड़ी न्यूक्लियर मैंबरेन आ वो डिसअपीयर हो जानी है। स्पिंडल फाइबर्स एस्टर रेस वो दोबारा
अपीयर हो जाने आ, साथ देख लो स्पिंडल फाइबर भी बन गए, एस्टरेज भी सेंट्रीओल भी बन गए, तो क्रोमैटिन फाइबर ਜਿਹੜੇ ਆ ਕੰਡੈਂਸ ਹੋ ਜਾਂਦੇ ਆ ਦੇਖੋ ਪਹਿਲਾਂ ਕਰੋਮੈ ਲਾਸਟ 'ਚ ਤੁਸੀਂ ਦੇਖਿਆ ਨਾ ਸਾਈਟੋਕਾਈਨੇਸ ਦੀ ਸਟੇਜ ਜਿਹੜੀ ਆ ਉਹ 'ਚ ਕਰੋਮੈਟਿਨ ਫਾਈਬਰਸ ਬਣੇ ਸੀਗੇ, ਉਹ ਦੁਬਾਰਾ ਕਿਤੇ ਚੇਂਜ ਹੋ ਗਏ, ਉਹ ਕੰਡੈਂਸਡ ਹੋ ਗਏ ਅਤੇ ਕ੍ਰੋਮੋਸੋਮ ਬਣ ਗਏ। ਸੋ ਇਹ ਦੁਬਾਰਾ ਪ੍ਰੋਸੈਸ ਚੱਲਣਾ ਆਪਣਾ। ਫਿਰ ਮੈਟਾਫੇਜ਼ 2 ਸਟੇਜ ਲਾ ਲਓ, ਠੀਕ ਹੈ ਬੇਟਾ। ਸੈਕਿੰਡ ਸਟੇਜ ਕਿਹੜੀ ਆ, ਮੈਟਾਫੇਜ਼ 2 ਲੈਣੀ। ਹੁਣ ਮੈਟਾਫੇਜ਼ 2 ਸਟੇਜ ਹੈ ਨਾ ਜਿਹੜੀ, ਉਹ ਕਿੱਦਾਂ ਕਰਨੀ ਹੈ ਤੁਸੀਂ, ਜਿੱਦਾਂ ਹੁਣ ਦੇਖੋ ਤੁਹਾਡੇ ਸਾਹਮਣੇ ਮੈਟਾਫੇਜ਼ 1 ਪਈ ਆ। ਮੈਟਾਫੇਜ਼ 1 ਦੇ ਵਿੱਚ ਜਿਹੜੇ ਕ੍ਰੋਮੋਸੋਮ ਆ ਇਕੁਆਟੋਰੀਅਲ ਲੇਨ 'ਤੇ ਪ੍ਰੈਜੈਂਟ ਆ, ਇਕੁਆਟੋਰੀਅਲ ਲੇਨ 'ਤੇ ਆ, ਇਕੁਆਟੋਰੀਅਲ ਲੇਨ 'ਤੇ ਆ। ਹੁਣ ਉਸੇ ਤਰ੍ਹਾਂ ਹੁਣ ਇਹਦੇ ਵਿੱਚ ਆ ਜਾਣੀ ਆ, ਹਾਂ ਦੇਖੋ, ਠੀਕ ਹੈ। ਆਹ ਸੈਂਟਰੀਓਲ ਆ, ਠੀਕ ਹੈ ਤੁਹਾਡੇ ਸਾਹਮਣੇ। ਉਸੇ ਤਰ੍ਹਾਂ ਇਹ ਦੋਨੇ ਸਟਰਕਚਰ ਸੇਮ ਹੀ ਆ, ਸਟਰਕਚਰ ਬੇਟਾ ਸੇਮ ਹੋਣਾ, ਕੋਈ ਡਿਫਰੈਂਸ ਨਹੀਂ ਹੋਣਾ। ਇਹ ਦੋਨੇ ਇਕੁਆਟੋਰੀਅਲ ਲਾਈਨ 'ਤੇ ਆਏ ਨੇ, ਦੋਨੇ ਬਰਾਬਰ ਆ ਗਏ, ਇੱਦਾਂ ਹੀ ਇਹਦੇ ਵਿੱਚ ਆਏ ਨੇ ਬਰਾਬਰ, ਸੇਮ ਟੂ ਸੇਮ, ਠੀਕ ਹੈ। ਹੁਣ ਇਹਦੇ ਵਿੱਚ ਤੁਸੀਂ ਲਿਖ ਲਓ, ਇਹਦੇ ਵਿੱਚ ਕ੍ਰੋਮੋਜ਼ੋਮ ਔਨ ਇਕੁਆਟੋਰੀਅਲ ਪਲੇਨ ਆ ਗਏ, ਪਹਿਲਾ ਪੁਆਇੰਟ। ਦੂਜਾ ਪੁਆਇੰਟ, ਸਪਿੰਡਲ ਫਾਈਬਰ ਅਟੈਚ ਟੂ ਸੇਮ ਕਨਾਈਟੋਕੋਰ, ਸਪਿੰਡਲ ਫਾਈਬਰ ਅਟੈਚ ਟੂ ਸੇਮ ਕਨਾਈਟੋਕੋਰ, ਠੀਕ ਹੈ। ਕਿਉਂਕਿ ਆਹ ਦੇਖੋ ਆਹ ਜਿਹੜਾ ਸਪਿੰਡਲ ਫਾਈਬਰ ਹੁੰਦਾ ਇੱਦਾਂ, ਆਹ ਕ੍ਰੋਮੋਜ਼ੋਮ ਸੀਗਾ, ਇਹਦੇ ਸੇਮ ਕਨੈਟੋਕੋਰ, ਕਨੈਟੋਕੋਰ ਜਿਹੜਾ ਸੈਂਟਰ ਵਾਲਾ ਪਾਰਟ ਹੁੰਦਾ, ਇਸ ਸਪਿੰਡਲ ਫਾਈਬਰ ਦੋਨਾਂ ਦੇ ਸੇਮ 'ਤੇ ਅਟੈਚ ਆ। ਓਕੇ, ਨੈਕਸਟ ਸਟੇਜ ਆ ਜਾਂਦੀ ਹੈ ਬੇਟਾ ਤੁਹਾਡੀ ਐਨਾਫੇਜ਼ 2 ਆ ਜਾਂਦੀ ਅੱਗੇ। ਆ ਐਨਾਫੇਜ਼ 1 ਆ, ਮਿਓਸਿਸ 1 ਦੀ। ਹੁਣ ਐਨਾਫੇਜ਼ 2 ਅਸੀਂ ਕਰਾਂਗੇ, ਕਿਉਂਕਿ ਅਸੀਂ ਮਿਓਸਿਸ 2 ਕਰ ਰਹੇ ਹਾਂ। ਉਹਦੇ ਵਿੱਚ ਫਿਰ ਇਹ ਐਨਾਫੇਜ਼ 1 ਦੇ ਵਿੱਚ ਅਲੱਗ ਹੋ ਗਏ ਸੀਗੇ, ਇੱਦਾਂ ਹੀ ਐਨਾ 2 ਫੇਜ਼ ਦੇ ਵਿੱਚ ਇਹ ਐਨਾਫੇਜ਼ 2 ਸਟੇਜ ਦੇ ਵਿੱਚ ਇਹ ਦੋਨੇ ਚੀਜ਼ਾਂ ਕੀ ਹੋ ਜਾਣੀਆਂ, ਅਲੱਗ ਹੋ ਜਾਣੀਆਂ। ਓਕੇ ਬੇਟਾ, ਅਲੱਗ ਹੋ ਗਏ। ਇਹ ਚੀਜ਼ ਇੱਧਰ ਨੂੰ ਮੂਵ ਕਰ ਜਾਣੀ ਹੈ ਅਤੇ ਆਹ ਚੀਜ਼ ਇੱਧਰ ਨੂੰ ਸੈਂਟਰੀਓਲਸ ਵੱਲ ਨੂੰ ਮੂਵ ਕਰ ਜਾਣੀ, ਠੀਕ ਹੈ, ਅੰਡਰਸਟੂਡ ਆ। ਔਰ ਇਹਦੇ ਵਿੱਚ ਕਨਾਈਟੋਕੋਰ ਜਿਹੜਾ, ਇਹਦੇ ਵਿੱਚ ਵੀ ਸੇਮ ਹੀ ਹੋਣਾ ਬੇਟਾ, ਆਹ ਸੇਮ ਆ ਜੋ ਇਹ 'ਚ ਹੋਇਆ। ਹੁਣ ਇਹਦੇ ਵਿੱਚ ਕਨੈਟੋਕੋਰ ਜਿਹੜਾ ਉਹ ਸਪਲਿਟ ਕਰ ਜੂਗਾ, ਕਨੈਟੋਕੋਰ ਨੇ ਕੀ ਕਰ ਜਾਣਾ, ਸਪਲਿਟ ਕਰ ਜਾਣਾ। ਜਿਸ ਕਨੈਟੋਕੋਰ ਸਪਲਿਟ ਕਰ ਗਿਆ, ਇਹਨਾਂ ਦੋਨਾਂ ਵਿੱਚ ਗੈਪ ਹੋ ਗਿਆ ਬੇਟਾ, ਆਹ ਵਾਲਾ, ਆਹ ਗੈਪ ਆ ਗਿਆ ਨਾ, ਆਹ ਗੈਪ ਆ ਗਿਆ। ਇਹ ਗੈਪ ਨੂੰ ਅਸੀਂ ਕੀ ਬੋਲਾਂਗੇ, ਇੰਟਰਜ਼ੋਨਲ ਫਾਈਬਰ। ਹੁਣ ਲੱਗ ਗਈ ਸਮਝ। ਐਨਾਫੇਜ਼ 1 ਮਿਓਸਿਸ 1 ਐਨਾਫੇਜ਼ 1 ਉਹਦੇ ਵਿੱਚ ਕੋਈ ਸਪਲਿਟਿੰਗ ਨਹੀਂ ਹੋਈ ਸੀ, ਆਹ ਤੁਹਾਡੇ ਸਾਹਮਣੇ ਆ, ਠੀਕ ਹੈ। ਆਹ ਦੇਖੋ ਨੋ ਇੰਟਰਜ਼ੋਨਲ ਫਾਈਬਰ ਹੋਇਆ, ਬਟ ਇਹਦੇ ਵਿੱਚ ਸਪਲਿਟਿੰਗ ਹੋਊਗੀ ਅਤੇ ਇੰਟਰਜ਼ੋਨਲ ਫਾਈਬਰ ਵੀ ਬਣੂਗਾ। ਇਹ ਡਿਫਰੈਂਸਿਸ ਆ, ਬਾਕੀ ਸਾਰਾ ਪ੍ਰੋਸੈਸ ਬੇਟਾ ਸੇਮ ਆ, ਠੀਕ ਆ। ਲਾਸਟ ਦੇ ਵਿੱਚ ਤੁਹਾਡੇ ਕੋਲ ਟਿਲੋਫੇਜ਼ 2 ਆ ਜਾਂਦੀ ਆ। ਟਿਲੋਫੇਜ਼ 2 ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕੀ ਕਰਨਾ, ਉਹਦੇ ਵਿੱਚ ਫੇਰ ਕੀ ਕਹਿੰਦੇ ਆ, ਨਿਊਕਲੀਅਰ ਦੀ ਡਿਵੀਜ਼ਨ ਹੋਊਗੀ, ਠੀਕ ਹੈ। ਇੱਦਾਂ ਇਨਵੈਜੀਨੇਸ਼ਨ ਸਟਾਰਟ ਹੋ ਜੂਗੀ ਅੰਦਰ ਨੂੰ, ਠੀਕ ਹੈ। ਅਤੇ ਨਿਊਕਲੀਅਸ ਨੇ ਫਿਰ ਥ੍ਰੈਡ ਲਾਈਕ ਸਟਰਕਚਰ ਬਣ ਜਾਣਾ 2, ਫਿਰ ਆ ਗਈ। ਇਹਦੇ ਤੁਸੀਂ ਲਿਖ ਸਕਦੇ ਹਾਂ ਨਿਊਕਲੀਅਰ ਮੈਂਬਰੇਨ ਰੀਅਪੀਅਰ, ਪਹਿਲਾ ਪੁਆਇੰਟ ਟਿਲੋਫੇਜ਼ 2 ਦੇ ਵਿੱਚ। ਸਪਿੰਡਲ ਫਾਈਬਰ ਐਸਟਰ ਡਿਸਅਪੀਅਰ ਹੋ ਜਾਣੇ ਕਿਉਂਕਿ ਉਹ ਖਤਮ ਹੋ ਗਏ, ਅਤੇ ਕ੍ਰੋਮੋਜ਼ੋਮ ਚੇਂਜ ਟੂ ਕ੍ਰੋਮੈਟਿਨ, ਕ੍ਰੋਮੋਜ਼ੋਮ ਕਿਹਦੇ ਵਿੱਚ ਬਦਲ ਗਏ, ਕ੍ਰੋਮੈਟਿਨ ਫਾਈਬਰਸ ਦੇ ਵਿੱਚ। ਓਕੇ ਜੀ। ਔਰ ਤੁਹਾਡੀ ਲਾਸਟ ਸਟੇਜ ਹੈਗੀ ਆ ਫਿਰ ਬੇਟਾ ਸਾਈਟੋਕਾਈਨੇਸਿਸ, ਠੀਕ ਹੈ। ਸਾਈਟੋਕਾਈਨੇਸ ਦੇ ਵਿੱਚ ਹੁਣ ਦੇਖੋ, ਪਹਿਲਾਂ ਤੁਹਾਨੂੰ ਦੱਸ ਕੇ ਹਟਿਆ ਮੈਂ, ਉਹ ਦੋਨੇ ਚੀਜ਼ਾਂ 2 ਅਲੱਗ ਅਲੱਗ ਬਣ ਗਈਆਂ, ਠੀਕ ਹੈ। ਆਹ ਚੀਜ਼ ਬਣ ਗਈ ਤੁਹਾਡੇ ਕੋਲ, ਠੀਕ ਹੈ। 2 ਕਿੰਨੇ ਬਣ ਗਏ ਬੇਟਾ, ਇਹ 4 ਬਣ ਗਏ। 4 ਡਾਟਰ ਸੈਲਸ ਤੁਹਾਡੇ ਕੋਲ ਫਾਰਮੇਸ਼ਨ ਹੋ ਗਈ। ਓਕੇ, ਸੋ ਇਹ ਬੇਟਾ ਤੁਹਾਡਾ ਕੰਪਲੀਟ ਹੋ ਗਿਆ ਤੁਹਾਡਾ ਚੈਪਟਰ, ਠੀਕ ਹੈ। ਸੋ ਸਿਗਨੀਫੀਕੈਂਸ ਤੁਸੀਂ ਕਰ ਸਕਦੇ ਹੋ ਮਿਓਸਿਸ ਦੀ,
सिग्नीफिकेंस दोनों चीज़ां लिख लियो ये सिग्नीफिकेंस ऑफ मियोसिस। ये सब तो पहला पॉइंट लिखना गैमेट्स की फॉर्मेशन होंदी है। कादी फॉर्मेशन होंदी है? गैमेट्स की। दूजा पॉइंट है बेटा हैल्प्स इन मेनटेनिंग स्पीशीज स्पैसिफिक क्रोमोसोम नंबर। हैल्प्स इन मेनटेनिंग स्पीशीज स्पैसिफिक क्रोमोसोम नंबर मीनस उन्होंने जोड़ा क्रोमोसोम नंबर वो चेंज नहीं होंगे होंगे जिदा पेन एक एग हो गया एक स्पाम हो गया। हुण एग दे 23 क्रोमोसोम तो स्पाम दे 23 दोने मिल के बेटा दोने मिल के किन्ने बनाउणगे 46 क्रोमोसोम बनते हैं। ठीक है सो जिहड़ियां क्रोमोसोम नंबरस होंदे वो चेंज नहीं होंदे होंदे आ। ठीक है हुण ये भी गल तुहानूं पता लग गई है अंडरस्टूड है क्योंकि पहला भी दस चुका मैं तुहानूं जे हुण तुहानूं एक गल पता नहीं 2 तो 4 बने तुहाडे कोल मियोसिस 2 दे विच बेटा तुहाडे कोल किन्ने बने मियोसिस 2 विच तुहाडे कोल 4 डॉटर सैल्स बनियां 4 डॉटर सैल्स बनियां ना। ठीक है हुण 4 डॉटर सैल्स बनियां जे तुहाडे कोल इट मीनस ये की होगी इक्वेशनल डिवीजन आ। ये किहड़ी आ इक्वेशनल डिवीजन आ अंडरस्टूड है। तो मियोसिस 1 जिहड़ी सीगी वो किहड़ी सीगी रिडक्शनल डिवीजन। ठीक है क्योंकि उन्हां विचों 4 तो किन्ने बनते आ 2 तो अंडरस्टूड। सो ये डायग्राम्स तुहानूं कोई भी डायग्राम आ सकती पेपर च कोई भी कली भी हो सकता कि प्रोफेज 1 की डायकाइनेसिस स्टेज दसो। ठीक है प्रोफेज 2 की स्टेज में मियोसिस 2 की। ठीक है ना कोई भी क्वेश्चन आ सकता। सो ये लेटर ऑन असीं क्वेश्चन ये डिस्कस कर लांगे। ओके जी सो दिस इज़ कंप्लीट योर चैप्टर। सो बेटा प्लीज़ इस चैप्टर में थॉरो जोड़ा वो अपना करो कंप्लीट हो गया तुहाडा चैप्टर ये तो विद डायग्राम्स करना है सिग्नीफिकेंस करना है। ठीक है दोबारा वही चीज़ां रिपीट हो रही हैं सो ये नोट्स बना के तुसीं प्रॉपर तुसीं मेरे तो चैक करवाने हैं। ओके बेटा सो थैंक यू बेटा हैव ए नाइस डे।